ਦੁਨੀਆ ਭਰ ਵਿੱਚ ਵਸਦੇ ਸੰਗੀਤ ਪ੍ਰੇਮੀ ਅਤੇ ਸੰਗੀਤ ਦੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਸਾਡੇ ਕੋਲੇ ਸ਼ਬਦਾਂ ਦਾ ਭੰਡਾਰ ਜੁੜੇ ਜਿਹਦੇ ਨਾਲ ਸਾਡੀ ਕਵਿਤਾ, ਗੀਤ, ਕਵਿਤ, ਸਵਈਏ ਸੁੰਦਰ ਬਣਨ। ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੜ੍ਹੀਏ, ਲਿਖੀਏ, ਸੁਣੀਏ, ਗਾਵੀਏ। ਸੋ ਇਸੇ ਮੱਦੇ ਨਜ਼ਰ ਲੜੀਵਾਰ 36ਵਾਂ ਜਿਹੜਾ ਬੰਦ ਹੈ ਉਹਨੂੰ ਵਿਚਾਰਾਂਗੇ, ਪੜਾਂਗੇ। 35ਵੇਂ ਬੰਦ ਅੰਦਰ ਸਤਿਗੁਰੂ ਜੀ ਮਹਾਰਾਜ ਆਖਦੇ ਨੇ ਕਿ ਵੀ ਜੰਗ ਦੇ ਮੈਦਾਨ ਵਿੱਚ ਪਹਾੜੀ ਰਾਜੇ ਤੇ ਨਵਾਬ ਸਰਹੰਦ, ਦਿੱਲੀ ਦੇ ਸੈਨਾਪਤੀ, ਤੁਸੀਂ ਜੁੜ ਕਰਕੇ ਮੇਰੇ ਤੇ ਹਮਲਾ ਕੀਤਾ ਤੇ ਮੈਂ ਹਮਲੇ ਨੂੰ ਰੋਕਿਆ ਆਸਾਨੀ ਨਾਲ। ਹੁਣ ਮੈਂ ਹਮਲਾ ਕਰਨ ਲੱਗਿਆ ਤੇ ਤੁਸੀਂ ਹੁਣ ਮੇਰੇ ਹਮਲੇ ਨੂੰ ਰੋਕਿਓ। ਕਵੀ ਜੀ ਆਖਦੇ ਨੇ 36ਵੇਂ ਬੰਦ ਅੰਦਰ ਕਿ ਤੁਸੀਂ ਜੰਗ ਦੇ ਮੈਦਾਨ ਵਿੱਚ ਪਹਾੜ ਤੋਂ ਚੱਲ ਕੇ ਆਏ ਹੋ ਤੇ ਹੁਣ ਆਪਣੇ ਨਾਮ ਨੂੰ ਵੱਟਾ ਲਗਵਾ ਕੇ ਕਿਉਂ ਦੌੜਦੇ ਹੋ। ਦਸਮੇਸ਼ ਪਾਤਸ਼ਾਹ ਜੀ ਆਖਦੇ ਨੇ ਕਿ ਮੈਂ ਸੁਣਿਆ ਕਿ ਪਹਾੜੀ ਰਾਜਿਆਂ ਨੂੰ ਆਪਣੀਆਂ ਤੀਰਾਂ ਤੇ ਵਰਸ਼ਿਆਂ ਤੇ ਬਹੁਤ ਘਮੰਡ ਹੈ ਤੇ ਤੀਰਾਂ ਨੂੰ ਚਲਾਉਣ ਵਾਲੇ ਬਹਾਦਰ ਤੇ ਘੋੜਸਵਾਰ ਵੀ ਅਖਵਾਉਂਦੇ ਨੇ ਪਹਾੜੀ ਰਾਜੇ। ਤੁਹਾਡੇ ਵਿੱਚ ਕਹਿੰਦੇ 1-2 ਨਵਾਬ ਨੇ ਤੇ 10-12 ਰਾਜੇ ਨੇ ਤੇ ਕਹਿੰਦੇ ਕਿ ਫਿਰ ਤੁਸੀਂ ਇੰਨੇ ਹੋ ਕੇ ਵੀ ਮੇਰੇ ਨਾਲ ਫਿਰ ਹੁਣ ਜੰਗ ਲੜਨ ਤੋਂ ਕਿਉਂ ਘਬਰਾ ਰਹੇ ਹੋ। 36ਵੇਂ ਬੰਦ ਅੰਦਰ ਕਵੀ ਜੀ ਇਸ ਤਰ੍ਹਾਂ ਬਿਆਨ ਕਰਦੇ ਨੇ। बंद 36वां। आए हो तुम पहाड़ से मैदाने जंग में, आए हो तुम पहाड़ से मैदाने जंग में, बट्टा लगा के जाते हो क्यों नामो नंग में, बट्टा लगा के जाते हो क्यों नामो नंग में, सुनते हैं तुमको नाज है तीरो तुफंग में, सुनते हैं तुमको नाज है तीरो तुफंग में, होशियार शाह सवार हो माहर खदंग में, होशियार शाह सवार हो माहर खदंग में, 10-12 तुम में राजे हैं 1-2 नवाब हैं, 10-12 तुम में राजे हैं 1-2 नवाब हैं, फिर हमसे जंग करने में क्यों इज्तनाब है, फिर हमसे जंग करने में क्यों इज्तनाब है। 37वें बंद अंदर गुरु महाराज जी राजपूत पहाड़ी राजियां नूं ते नवाब सरहंद नूं वगा रहे ने कि हुण आवो ते अज तुहाडी बहादरी मैं भी वेख लवां। कहंदे कि भी पहाड़ी राजे खोखरी बड़ी चलाउणी जाणदे ने, ਵੱਡੇ ਵਾਰ ਕਰਦੇ ਨੇ, ਮਾਹਰ ਹੁੰਦੇ ਨੇ ਖੋਖਰੀ ਚਲਾਉਣ ਵਿੱਚ। ਕਹਿੰਦੇ ਮੈਂ ਦੇਖਣਾ ਚਾਹੁੰਦਾ ਕਿ ਵੀ ਖੋਖਰੀ ਦੇ ਨਾਲ ਤੁਸੀਂ ਲੜਦੇ ਕਿਵੇਂ ਹੋ, ਤੁਹਾਡੇ ਕੋਲ ਜਿਹੜੀ ਕਰਾਮਾਤ ਹੈ ਖੋਖਰੀ ਦੀ ਮੈਨੂੰ ਦਿਖਾਵੋ। ਤੇ ਕਹਿੰਦੇ ਕਿ ਵੀ ਮੈਂ ਤੇ ਸਰਸਰੀ ਹੀ ਤੁਹਾਡੇ ਵਾਰਾਂ ਨੂੰ, ਤੁਹਾਡੇ ਹਮਲਿਆਂ ਨੂੰ ਰੋਕਿਆ ਹੈ। ਹੁਣ ਸਾਰੇ ਰਲ ਕੇ ਸਾਡਾ ਸਿੱਖ ਫੌਜ ਦਾ ਜਿਹੜਾ ਵਾਰ ਹੈ ਇਹਨੂੰ ਰੋਕਿਓ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਦੇ ਨੇ ਕਿ ਸਾਡੇ ਤੇ ਰੱਬੀ ਫਜ਼ਲ ਹੈ, ਰੱਬ ਦੀ ਮਿਹਰ ਹੈ, ਇਸ ਕਰਕੇ ਮੈਨੂੰ ਕੱਲਾ ਨਾ ਸਮਝਿਓ ਤੇ ਐਵੇਂ ਛਾਤੀਆਂ ਤਾਣ ਕੇ ਆਪਣੀ ਤਾਕਤ ਦਾ, ਆਪਣੇ ਜ਼ੋਰ ਦਾ ਮੁਜ਼ਾਹਰਾ ਨਾ ਕਰੋ। ਤੁਸੀਂ ਜੰਗ ਦੇ ਮੈਦਾਨ ਵਿੱਚ ਆਓ, ਫਿਰ ਆ ਕੇ ਮੇਰੀ ਜਿਹੜੀ ਜੰਗ ਦੀ ਕਲਾ ਹੈ, ਜਿਹੜੇ ਜੰਗ ਦੇ ਜੌਹਰ ਨੇ ਤੇ ਉਹਨਾਂ ਨੂੰ ਦੇਖਣਾ ਕਰੋ। ਬੰਦ 37ਵਾਂ। देखे तो आज हम भी तुम्हारी बहादुरी, देखे तो आज हम भी तुम्हारी बहादुरी, वो खोखरी की काट पटे की हुनरबारी, पटे की हुनरबारी, हमने तुम्हारे हमले को रोका था सरसरी, अब अपना वार रोकना सब मिलके लश्करी, अब अपना वार रोकना सब मिलके लश्करी, हमको बाफजल एजदी तनहा ना जानना, हमको बाफजल एजदी तनहा ना जानना, कसरत पे ऐंठ ऐंठ के सीना ना तानना, कसरत पे ऐंठ ऐंठ के सीना ना तानना। इन्ना कह के दशमेश पिता जी दुश्मन उत्ते टुट के पै गई। कदे इधर कदे उधर दुश्मन दी जड़ी सफा है, उदी दुश्मन दी जड़ी कतार है, ਉਹਨੂੰ ਐ ਕੱਟ ਰਹੇ ਨੇ ਜਿਵੇਂ ਘਾਹ ਨੂੰ ਕੱਟਿਆ ਜਾਂਦਾ ਹੈ।
ਗੁਰੂ ਮਹਾਰਾਜ ਦੀ ਤਲਵਾਰ ਕਵੀ ਜੀ ਆਖਦੇ ਨੇ ਕਿ ਇੰਜ ਲਿਸ਼ਕਦੀ ਸੀ, ਇੰਨੀ ਕੋ ਲਿਸ਼ਕਦੀ ਸੀ, ਚਮਕਦੀ ਸੀ ਕਿ ਉਹਦੇ ਵੱਲ ਝਾਕਿਆ ਨਹੀਂ ਜਾਂਦਾ, ਜਿਵੇਂ ਚਮਕਦੀ ਬਿਜਲੀ ਵੱਲ ਦੇਖਿਆ ਨਹੀਂ ਜਾ ਸਕਦਾ। ਗੁਰੂ ਜੀ ਦੇ ਇੱਕ ਹਮਲੇ ਦੇ ਨਾਲ ਹੀ ਦੁਸ਼ਮਣ ਦੀਆਂ ਫੌਜਾਂ ਦਾ ਜਿਹੜਾ ਪਾਸਾ ਸੀ ਉਹ ਫਿਰ ਪਲਟ ਗਿਆ, ਬਦਲ ਗਿਆ ਤੇ ਗੁਰੂ ਜੀ ਦੀ ਤਲਵਾਰ ਦੀ ਹਵਾ ਨੇ ਛਾਏ ਹੋਏ ਜਿਹੜੇ ਬੱਦਲ ਸਨ ਜੰਗ ਦੇ, ਉਹਨਾਂ ਨੂੰ ਛਾਈ ਮਾਈ ਕਰ ਦਿੱਤਾ, ਭਾਵ ਉਹਨਾਂ ਨੂੰ ਦੂਰ ਕਰ ਦਿੱਤਾ। कवि जी 38वें बंद अंदर इंज आखदे ने, जे कह के उन पे टूट पड़े 10वें पातशाह, जे कह के उन पे टूट पड़े 10वें पातशाह, इस सफ को काटते थे कभी उस परे को कहा, इस सफ को काटते थे कभी उस परे को कहा, जमती ना थी हजूर की तलवार पे निगाह, जमती ना थी हजूर की तलवार पे निगाह, तेगे गुरु पे होता था बिजली का साहिबा, तेगे गुरु पे होता था बिजली का साहिबा, एक हमले में था फौज का तख्ता उलट गया, एक हमले में था फौज का तख्ता उलट गया, गुरु की हवाए तेग से बादल था छट गया, गुरु की हवाए तेग से बादल था छट गया। ਬੰਦ 39 ਜਦੋਂ ਫਿਰ ਉੱਥੇ ਦੁਸ਼ਮਣ ਫੌਜਾਂ ਦਾ ਨੁਕਸਾਨ ਹੋਇਆ ਤੇ ਜਿਹੜੇ ਬਚ ਗਏ ਕਹਿੰਦੇ ਕਿ ਉਹ ਮੂੰਹ ਹੇਠਾਂ ਨੂੰ ਸੁੱਟ ਕੇ ਮੈਦਾਨ ਵਿੱਚੋਂ ਦੌੜ ਗਏ, ਭੱਜ ਗਏ ਤੇ ਕਈ ਮੈਦਾਨ ਨੂੰ ਛੱਡ ਕੇ ਆਪਣੇ ਘਰਾਂ ਵੱਲ ਨੂੰ ਦੌੜ ਗਏ ਤੇ ਉਹਨਾਂ ਨੂੰ ਫਿਰ ਸਿੰਘਾਂ ਨੇ ਝੰਜੋੜ ਕੇ ਉਹਨਾਂ ਦਾ ਜਿਹੜਾ ਘਮੰਡ ਸੀ, ਹੰਕਾਰ ਸੀ, ਉਹਨੂੰ ਖਤਮ ਕਰ ਦਿੱਤਾ। ਪਹਾੜੀ ਰਾਜੇ ਅਤੇ ਦਿੱਲੀ ਦੀ ਜਿਹੜੀ ਫੌਜ ਹੈ, ਨਵਾਬ ਸਰਹੰਦ, ਇਹ ਫਿਰ ਬੜੇ ਪਛਤਾਉਣ ਲੱਗੇ ਨੇ ਕਿ ਵੀ ਅਸੀਂ ਵਾਅਦਾ ਕਰਕੇ ਤੋੜ ਦਿੱਤਾ ਹੈ ਤੇ ਲਾਸ਼ਾਂ ਤੇ ਸਿਰਾਂ ਦੇ ਜੰਗ ਦੇ ਮੈਦਾਨ ਵਿੱਚ ਢੇਰ ਲਾਗੇ ਮੈਦਾਨ ਭਰਿਆ ਪਿਆ ਹੈ। ਫੌਜ ਦੁਸ਼ਮਣ ਦੀ ਅੱਧੀ ਤੋਂ ਵੱਧ ਕਤਲ ਕਰ ਦਿੱਤੀ ਗਈ ਤੇ ਅੱਧੀ ਤੋਂ ਵੱਧ ਜਿਹੜੀ ਸੀ ਉਹ ਫੱਟੜ ਹੋ ਗਈ ਤੇ ਜਾਂ ਫਿਰ ਉਹ ਭੱਜ ਗਈ, ਭਗੌੜਾ ਹੋ ਗਈ। 39ਵੇਂ ਬੰਦ ਅੰਦਰ ਕਵੀ ਜੀ ਕਥਨ ਕਰਦੇ ਹਨ। बंद 39वां, जो बच गए वो भाग गए मुंह को मोड़कर, जो बच गए वो भाग गए मुंह को मोड़कर, रास्ता घरों का ले लिया मैदान को छोड़कर, रास्ता घरों का ले लिया मैदान को छोड़कर, सिंहों ने भुस निकाल दिया था झंझोड़ कर, सिंहों ने भुस निकाल दिया था झंझोड़ कर, पछताए आखर्स को बहुत कौल तोड़कर, लाशों से और सिरों से था मैदान पट गया, लाशों से और सिरों से था मैदान पट गया, आधे से बेश लश्करे आधा था कट गया, आधे से बेश लश्करे आधा था कट गया। ਹਾਰ ਨੂੰ ਦੇਖ ਕਰਕੇ ਸਰਹੰਦ ਦਾ ਨਵਾਬ ਜਿਹੜਾ ਸੀ ਉਹਦਾ ਰੰਗ ਜਿਹੜਾ ਨਾ ਉਹ ਫਿੱਕਾ ਪੈ ਗਿਆ, ਉਦਾਸੀ ਆ ਗਈ ਚਿਹਰੇ ਤੇ। ਜਦੋਂ ਉਸਨੇ ਫੌਜ ਦਾ ਇਹ ਹਾਲ ਵੇਖਿਆ ਤਾਂ ਉਹ ਹੈਰਾਨ ਪਰੇਸ਼ਾਨ ਹੋ ਗਿਆ। ਜਦੋਂ ਸਤਿਗੁਰੂ ਦੀ ਤਲਵਾਰ ਅਤੇ ਤੀਰਾਂ ਤੋਂ ਉਹ ਦੁਖੀ ਹੋ ਗਿਆ ਤਾਂ ਫਿਰ ਉਸਨੇ ਆਪਣਾ ਜਿਹੜਾ ਦਿਲ ਸੀ ਉਹਨੂੰ ਪੱਥਰ ਬਣਾ ਲਿਆ ਤੇ ਦਿਲ ਵਿੱਚ ਹੁਣ ਇਹ ਸੋਚਣ ਲੱਗਿਆ ਹੈ, ਚਿੰਤਨ ਕਰਦਾ ਹੈ, ਆਪਣੇ ਮਨ ਅੰਦਰ ਉਹ ਪਰਣ ਕਰਦਾ ਹੈ ਕਿ ਮੈਂ ਇਹਦਾ ਬਦਲਾ ਸਿੰਘਾਂ ਤੋਂ ਲਵਾਂਗਾ, ਭਾਵੇਂ ਸਵੇਰੇ ਲਵਾਂ ਤੇ ਭਾਵੇਂ ਸ਼ਾਮ ਨੂੰ ਲਵਾਂ, ਭਾਵੇਂ ਮੈਂ ਉਹ ਧੋਖੇ ਫਰੇਬ ਨਾਲ ਹੀ ਕਿਉਂ ਨਾ ਲਵਾਂ, ਮੈਂ ਇਸ ਦਾ ਬਦਲਾ ਲਵਾਂਗਾ। ਤੇ 40ਵੇਂ ਬੰਦ ਅੰਦਰ ਕਵੀ ਜੀ ਕਥਨ ਕਰਦੇ ਨੇ। बंद 40वां, सिरहंद के नवाब का फक रंग हो गया, सिरहंद के नवाब का फक रंग हो गया, लश्कर का हाल देख के वो दंग हो गया, लश्कर का हाल देख के वो दंग हो गया, सतगुर की तेगो तीर से जब तंग हो गया, सतगुर की तेगो तीर से जब तंग हो गया, जालिम का दिल जो सख्त था अब संग हो गया, जालिम का दिल जो सख्त था अब संग हो गया, ठहराई दिल में सिंगों से मैं इंतकाम लूं, ठहराई दिल में सिंगों से मैं इंतकाम लूं, धोखे फरेब से मैं सहर लूं जा शाम लूं, धोखे फरेब से मैं
शहर लूं ਜਾਂ ਸ਼ਾਮ ਲੂੰ। ਹਕੀਮ ਮਿਰਜ਼ਾ ਅੱਲਾ ਯਾਰ ਖਾਨ ਜੋਗੀ ਜੀ ਆਖਦੇ ਨੇ ਕਿ ਇਤਿਹਾਸ ਵਿੱਚ ਲਿਖਿਆ ਹੈ ਕਿ ਗੁਰੂ ਜੀ ਆਪਣੇ ਜੋਸ਼ ਵਿੱਚ ਅੱਗੇ ਹੀ ਅੱਗੇ ਘੋੜੇ ਨੂੰ ਵਧਾਉਂਦੇ ਗਏ। ਉਹਨਾਂ ਦੇ ਨਾਲ ਗਿਣਤੀ ਦੇ ਕੁਝ ਬਹਾਦਰ ਸਿੰਘ ਸਨ ਤੇ ਦੋਵੇਂ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨਾਲ ਸਨ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਇਹ ਦਾਦੀ ਮਾਂ ਮਾਤਾ ਗੁਜਰੀ ਜੀ, ਮਾਤਾ ਗੁਜਰ ਕੌਰ ਜੀ ਦੇ ਨਾਲ ਸਨ। ਉਹ ਕਮਸਾਨ ਦੇ ਯੁੱਧ ਅੰਦਰ ਉਹ ਸੱਜੇ ਪਾਸੇ ਨੂੰ ਜਾਣ ਦੀ ਜਗ੍ਹਾ ਖੱਬੇ ਪਾਸੇ ਵੱਲ ਭਾਵ ਸੱਜੇ ਪਾਸੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਲੇ ਗਏ ਨੇ ਤੇ ਉਸ ਭੱਜ ਦੌੜ ਦੇ ਵਿੱਚ ਮਾਤਾ ਗੁਜਰ ਕੌਰ ਜੀ, ਦਾਦੀ ਮਾਂ ਜੀ ਸਾਡੇ ਉਹ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਖੱਬੇ ਪਾਸੇ ਵੱਲ ਨੂੰ ਟੁਰ ਪਏ ਨੇ। 41ਵੇਂ ਬੰਦ ਅੰਦਰ ਇਸ ਦ੍ਰਿਸ਼ ਨੂੰ ਕਵੀ ਜੀ ਇੰਜ ਕਥਨ ਕਰਦੇ ਹਨ। बंद 41वां। तारीख में लिखा है कि दर जोश कारजार, तारीख में लिखा है कि दर जोश कारजार, सतगुर बढ़ाते ही गए आगे को राहवार, सतगुर बढ़ाते ही गए आगे को राहवार। हमरा रह गए थे गर्ज चंद जानिसार, हमरा रह गए थे गर्ज चंद जानिसार। फरजंदों में थे साथ आजीत और जोझार, फरजंदों में थे साथ आजीत और जोझार। जोरावर ओ फतेह जो दादी के साथ थे, जोरावर और फतेह जो दादी के साथ थे। दाएं की जगह चल दिए वो बाएं हाथ थे, दाएं की जगह चल दिए वो बाएं हाथ थे। ਬੰਦ 42ਵਾਂ। ਵਾਪਸ ਮੁੜ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਛੋਟੇ ਫਰਜ਼ੰਦ ਅਤੇ ਆਪਣੇ ਮਾਤਾ ਜੀ ਨੂੰ ਬਾਅਦ ਸਿੱਖ ਫੌਜੀਆਂ ਨੇ ਬੜਾ ਢੂੰਡਿਆ ਪਰ ਉਹਨਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਕਿ ਵੀ ਉਹ ਕਿੱਧਰ ਨੂੰ ਗਏ। ਜੰਗਲ ਵਿੱਚ ਵਰਦਾ ਮੀਂਹ ਹੈ ਤੇ ਜਿੱਥੇ ਉਹਨਾਂ ਨੂੰ ਛੱਡਿਆ ਸੀ ਉਹ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੇ। ਇਹੋ ਫਿਕਰ ਖਾ ਰਿਹਾ ਸੀ ਕਿ ਕਿਤੇ ਉਹ ਦੁਸ਼ਮਣ ਦੇ ਹੱਥ ਨਾ ਲੱਗ ਜਾਣ ਤੇ ਉਹ ਕਿਸੇ ਪਾਸੇ ਮਾਤਾ ਜੀ ਨਾਲ ਤੁਰ ਗਏ ਨੇ ਤੇ ਜਦੋਂ ਮਹਾਰਾਜ ਦੇ ਪੁੱਤਰ ਉਹਨਾਂ ਪਾਸੋਂ ਵਿਛੜੇ ਤੇ ਪਿਆਰ ਵਿੱਚ ਹੀ ਕਹਿੰਦੇ ਕਿ ਗੁਰੂ ਮਹਾਰਾਜ ਜੀਆਂ ਦੇ ਪੈਰ ਉੱਥੇ ਹੀ ਗੱਡੇ ਗਏ ਕਿ ਵੀ ਇਹ ਕੀ ਵਾਪਰ ਗਿਆ। हर चंद की तलाश ना पाया निशां कहीं, हर चंद की तलाश ना पाया निशां कहीं। छोड़ा था जिस जगह पे नहीं थे वहाँ कहीं, छोड़ा था जिस जगह पे नहीं थे वहाँ कहीं। पा जाएं फिक्र था ना उन्हें दुश्मन कहीं, पा जाएं फिक्र था ना उन्हें दुश्मन कहीं। माता के साथ चल दिए शहजादगा कहीं, माता के साथ चल दिए शहजादगा कहीं। लखते जिगर हजूर के जिस दम बिछड़ गए, लखते जिगर हजूर के जिस दम बिछड़ गए। पाँव वही बफूर मोहब्बत से गड़ गए, पाँव वही बफूर मोहब्बत से गड़ गए। ਪਰੰਤੂ ਫੌਰਨ ਉਸੇ ਸਮੇਂ ਹੀ ਗੁਰੂ ਮਹਾਰਾਜ ਜੀ ਝਟ ਸਮਾਧੀ ਵਿੱਚ ਫਿਰ ਲੀਨ ਹੋ ਜਾਂਦੇ ਨੇ ਤੇ ਇੱਕੋ ਪਲ ਵਿੱਚ ਉਹ 14 ਤਬਕਾਂ ਦੀ ਜਿਹੜੀ ਖਬਰ ਹੈ ਉਹਨੂੰ ਹਾਸਲ ਕਰ ਲੈਂਦੇ ਨੇ ਤੇ ਆਪਣੇ ਬਹਾਦਰ ਫੌਜੀਆਂ ਨੂੰ ਤੇ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਆਖਣ ਲੱਗੇ ਨੇ ਕਿ ਤੁਸੀਂ ਕਮਜ਼ੋਰ ਕਿਉਂ ਹੋ ਰਹੇ ਹੋ, ਤੁਸੀਂ ਇੰਨੇ ਨਿਢਾਲ ਕਿਉਂ ਹੋ ਰਹੇ ਹੋ, ਉਦਾਸ ਕਿਉਂ ਹੋ ਰਹੇ ਹੋ। ਉਹ ਤਾਂ ਦੋਵੇਂ ਪੁੱਤਰ ਮਾਤਾ ਜੀ ਦੇ ਨਾਲ ਕੁਰਬਾਨ ਹੋਣ ਲਈ ਚਲੇ ਗਏ ਨੇ ਸਫ਼ਰ ਉੱਤੇ। ਦੁਸ਼ਮਣ ਉਹਨਾਂ ਨੂੰ ਧਰਮ ਦੀ ਨੀਂਹ ਵਿੱਚ ਚਿਣ ਦੇਣਗੇ ਤੇ ਇਹ ਰੱਬ ਦੀ ਇੱਛਾ ਹੈ ਤੇ ਉਹਨਾਂ ਨੂੰ ਇਸ ਕੰਮ ਵਿੱਚ ਸਫਲਤਾ ਮਿਲੇ। ਇਹਦੀ ਮੈਂ ਦੁਆ ਕਰਦਾ ਹਾਂ, ਅਰਦਾਸ ਕਰਦਾ ਹਾਂ। ਇਹਦਾ ਮੈਂ ਆਪਣੇ ਪੁੱਤਰਾਂ ਨੂੰ ਸਾਹਿਬਜ਼ਾਦਿਆਂ ਨੂੰ ਆਸ਼ੀਰਵਾਦ ਦਿੰਦਾ ਹਾਂ। ਹਕੀਮ ਜੋਗੀ ਜੀ ਇੰਜ ਬਿਆਨ ਕਰਦੇ ਨੇ। बंद 43वां। फौरन मराकबे में गए पीरे खुश ख्याल, फौरन मराकबे में गए पीरे खुश ख्याल। 14 तबक का कर लिया मालूम पल में हाल, 14 तबक का कर लिया मालूम पल में हाल। फरमाए जानिसारों से क्यों होते हो निढाल, फरमाए जानिसारों से
क्यों होते हो निढाल। माता के साथ चल दिए कुर्बान होने लाल। माता के साथ चल दिए कुर्बान होने लाल। बुनियाद में धर्म की चुनेंगे अदू उन्हें। बुनियाद में धर्म की चुनेंगे अदू उन्हें। करतार चाहता है करें सुरखरू उन्हें। करतार चाहता है करे सुरखरू उन्हें। ਬੰਦ 44ਵਾਂ। ਗੁਰੂ ਮਹਾਰਾਜ ਜੀ ਆਖ ਰਹੇ ਨੇ ਦਸ਼ਮੇਸ਼ ਪਿਤਾ ਜੀ ਕਿ ਆਪਾਂ ਨੂੰ ਵੀ ਛੇਤੀ ਹੀ ਉਸ ਜਗ੍ਹਾ ਤੇ ਪੁੱਜਣਾ ਪੈਣਾ ਹੈ ਜਿੱਥੇ ਤੁਹਾਨੂੰ ਸਾਰੇ ਬਹਾਦਰਾਂ ਨੂੰ ਆਪਣੇ ਸਿਰ ਕਟਾਉਣੇ ਪੈਣੇ ਨੇ। ਮੇਰੇ ਪਿਆਰੇ ਖਾਲਸੇ ਨੂੰ, ਮੇਰੇ ਵੱਡੇ ਸਾਹਿਬਜ਼ਾਦਿਆਂ ਨੂੰ ਉਸ ਜਗ੍ਹਾ ਸਿਰ ਕਟਾਉਣੇ ਪੈਣਗੇ। ਇਹ ਬਾਕੀ ਰਹੇ ਦੋਵੇਂ ਬੇਟੇ ਵੀ ਜੰਗ ਵਿੱਚ ਲੜ ਕਰਕੇ ਉੱਥੇ ਸ਼ਹੀਦ ਹੋਣਗੇ ਤੇ ਮੈਂ ਆਪਣਾ ਸਾਰਾ ਹੀ ਘਰ ਘਾਟ ਲੁਟਾ ਕੇ ਕੱਲ ਜਦੋਂ ਸੂਰਜ ਚੜ੍ਹੇਗਾ ਤੇ ਮੈਂ ਇਕੱਲਾ ਰਹਿ ਜਾਵਾਂਗਾ। ਪਹਿਲਾਂ ਮੈਂ ਆਪਣੇ ਪਿਤਾ ਦੀ ਸ਼ਹੀਦੀ ਦਿੱਤੀ ਹੈ ਤੇ ਹੁਣ ਮੈਂ ਆਪਣੇ ਬੇਟਿਆਂ ਦਾ ਬਲੀਦਾਨ ਦਵਾਂਗਾ। ਇਸ ਪ੍ਰਕਾਰ ਮੈਂ ਗੁਰੂ ਨਾਨਕ ਦੇਵ ਜੀ ਦੇ ਇਸ ਬਾਗ ਨੂੰ ਆਪਣੇ ਜਿਗਰ ਦੇ ਖੂਨ ਦੇ ਨਾਲ ਸਿੰਜ ਕੇ ਹਰਿਆ ਭਰਿਆ ਕਰ ਦੇਵਾਂਗਾ। 44वें बंद अंदर कवि हकीम अल्लाह जार खा जोगी जी इंज लिख रहे ने। बंद 44वां। हमने भी उस मुकाम पर जाना है जल्द तर। हमने भी उस मुकाम पर जाना है जल्द तर। जिस जगह तुमको अपने कटाने पड़ेंगे सर। जिस जगह तुमको अपने कटाने पड़ेंगे सर। होंगे शहीद लड़के जे बाकी के दो पिसर। होंगे शहीद लड़के जे बाकी के दो पिसर। रह जाऊंगा अकेला मैं कल तक लुटा के घर। रह जाऊंगा अकेला मैं कल तक लुटा के घर। पहले पिता कटाया अब बेटे कटाऊंगा। पहले पिता कटाया अब बेटे कटाऊंगा। नानक का बाग खूने जिगर से खिलाऊंगा। नानक का बाग खूने जिगर से खिलाऊंगा। 45वें बंद अंदर कवि जी आखदे ने इन्ना कह के गुरु जी ਤਾਂ ਚਮਕੌਰ ਵੱਲ ਨੂੰ ਰਵਾਨਾ ਹੋ ਗਏ ਨੇ ਤੇ ਆਪਣੀ ਹਾਲਾਤ ਵੱਲ ਉਹਨਾਂ ਨੇ ਬਿਲਕੁਲ ਵੀ ਕੋਈ ਧਿਆਨ ਨਹੀਂ ਦਿੱਤਾ। ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਲੈ ਕੇ ਤੁਰੰਤ ਹੀ ਚੱਲ ਪਏ ਤੇ ਰੱਬ ਦੀ ਰਜ਼ਾ ਨੂੰ ਮੰਨ ਕੇ ਉਹ ਰਸਤੇ ਉੱਤੇ ਟੁਰ ਪਏ ਨੇ। ਜੋਗੀ ਜੀ ਕਹਿੰਦੇ ਨੇ ਕਿ ਜੋ ਕੁਝ ਉੱਥੇ ਵਾਪਰਿਆ ਸਰਸਾ ਦੇ ਕੰਢੇ ਤੇ ਉਹ ਬਿਆਨ ਕਰਨਾ ਮੁਸ਼ਕਲ ਹੈ। ਮੈਂ ਉਹਨੂੰ ਬਿਆਨ ਨਹੀਂ ਕਰ ਸਕਦਾ। ਸਰਸਾ ਦੇ ਕਿਨਾਰੇ ਤੋਂ ਜਦੋਂ ਪਰਿਵਾਰ ਵਿਛੜ ਜਾਂਦਾ ਹੈ ਉਹਨੂੰ ਮੈਂ ਫਿਰ ਦੁੱਖ ਭਰੀ ਕਵਿਤਾ ਨੂੰ ਅਗਲੇ ਸਾਲ ਜਦੋਂ ਆਵਾਂਗਾ ਉਦੋਂ ਸੁਣਾਵਾਂਗਾ। यह कह के फिर हजूर तो चमकौर चल दिए। यह कह के फिर हजूर तो चमकौर चल दिए। हालात पे अपनी कुछ ना किया गौर चल दिए। हालात पे अपने कुछ ना किया गौर चल दिए। रफ्तार के ध्यान में फिलफौर चल दिए। राजी हुए रजा पे राजी हुए रजा पे बाहर तौर चल दिए। जो कुछ वहाँ पे गुजरी ये लिखना मुहाल है। जो कुछ वहाँ पे गुजरी ये लिखना मुहाल है। ये मरसिया सुनाना तुम्हें अगले साल है। ये मरसिया सुनाना तुम्हें अगले साल है। ਅੱਗੇ ਜੋਗੀ ਜੀ ਫਰਮਾਨ ਕਰਦੇ ਨੇ ਕਿ ਜੇ ਮੈਂ ਜਿਉਂਦਾ ਰਿਹਾ ਤਾਂ ਅਗਲੇ ਸਾਲ ਇਹ ਕਵਿਤਾ ਲਿਖ ਕੇ ਲਿਆਵਾਂਗਾ। ਤੇ ਅਰਸ਼ਦ ਇਹ ਕਾਬਲੀ ਚੇਲਾ ਸੀ ਜਿਹੜਾ ਕਿ ਬਹੁਤ ਵਧੀਆ ਇਹ ਵੀ ਕਵੀ ਹੋਇਆ ਹੈ। ਇਹਨੇ ਵੀ ਬਹੁਤ ਅੱਛੀ ਕਵਿਤਾ ਰਚੀ ਹੈ। ਮੈਂ ਇਹਦੇ ਨਾਲੋਂ ਵੀ ਵਧੀਆ ਮਰਸੀਏ ਲਿਖ ਕੇ ਫਿਰ ਉਹ ਲੈ ਕੇ ਆਉਂ। ਇਹਦੇ ਨਾਲੋਂ ਵੀ ਮੈਂ ਸੁੰਦਰ ਕਵਿਤਾ ਲਿਖਣ ਦੀ ਕੋਸ਼ਿਸ਼ ਕਰਕੇ ਫਿਰ ਉਹਨੂੰ ਲਿਖ ਕੇ ਅਗਲੇ ਸਾਲ ਲੈ ਕੇ ਆਵਾਂਗਾ ਤੇ ਫਿਰ ਤੁਹਾਨੂੰ ਮੈਂ ਸੁਣਾਉਂਗਾ ਕਿ ਵੀ ਮੈਂ ਪਿਛਲੇ ਸਾਲ ਲਿਖਿਆ ਕੀ ਹੈ। ਮੈਂ ਨਾਲੇ ਤੇ ਸਤਿਗੁਰਾਂ ਦੀ ਯਾਦ ਵਿੱਚ ਉਹਨਾਂ ਦੇ ਗਮ ਵਿੱਚ ਖੁਦ ਰੋਊਂਗਾ ਤੇ ਮੈਂ ਕਵਿਤਾ ਸੁਣਾ ਕੇ ਤੁਹਾਨੂੰ ਵੀ ਰੁਲਾਵਾਂਗਾ, ਤੁਹਾਨੂੰ ਵੀ ਰਵਾ ਦਊਂਗਾ। ਇਸ ਪ੍ਰਕਾਰ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਫਿਰ ਮੈਂ ਇਨਾਮ ਵੀ ਪ੍ਰਾਪਤ ਕਰੂੰਗਾ, ਇਹਦਾ ਸਿਲਾ ਪਾਊਂਗਾ ਲਿਖੀ ਹੋਈ ਕਵਿਤਾ ਦਾ। ਤੇ ਇਸ ਵਕਤ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਵਾਰਤਾ ਸੁਣੋ
ਜਿਹੜੇ ਵਿਛੜ ਕੇ ਕਿੱਥੋਂ ਦੇ ਕਿੱਥੇ ਪੁੱਜ ਗਏ ਨੇ। बंद 46वां। रही जिंदगी तो अगले बरस लिख के लाऊंगा, रही जिंदगी तो अगले बरस लिख के लाऊंगा, अरशद से बढ़ के मरसिया सबको सुनाऊंगा, अरशद से बढ़ के मरसिया सबको सुनाऊंगा, सतगुर के गम में रोऊंगा तुमको रुलाऊंगा, सतगुर के गम में रोऊंगा तुमको रुलाऊंगा, दरबारे नानकी से सिला इसका पाऊंगा, दरबार ए नानकी से सिला इसका पाऊंगा। जोरावर और फतेह का इस दम बयां सुनो, जोरावर और फतेह का इस दम बयां सुनो, पहुँचे बिछड़ के हाय कहाँ से कहाँ सुनो, पहुँचे बिछड़ के हाय कहाँ से कहाँ सुनो। ਬੰਦ 47ਵਾਂ। ਕਵੀ ਜੀ ਆਖਦੇ ਨੇ ਕਿ ਹੁਣ ਮੈਂ ਦਵਾਤ ਦੇ ਸਾਗਰ ਵਿੱਚ ਸ਼ਹੀਦਾਂ ਦਾ ਖੂਨ ਇਕੱਠਾ ਕਰਕੇ ਪਾ ਲਿਆ ਹੈ ਤੇ ਆਪਣੇ ਸੀਨੇ ਨੂੰ ਕਲਮ ਦੇ ਟੱਕ ਵਾਂਗੂ ਪਾੜ ਕੇ ਦਿਖਾਉਂਦਾ ਹਾਂ। ਜੋ ਵਿਛੜ ਗਏ ਨੇ, ਜੋ ਕੁਰਬਾਨ ਹੋ ਗਏ ਨੇ, ਉਹਨਾਂ ਦੀਆਂ ਮੁਸੀਬਤਾਂ ਨੂੰ, ਦੁੱਖਾਂ ਨੂੰ, ਤਕਲੀਫਾਂ ਨੂੰ ਮੈਂ ਹੁਣ ਬਿਆਨ ਕਰਦਾ ਹਾਂ। ਰੱਬ ਦੀ ਸਹੁੰ ਖਾ ਕੇ ਮੈਂ ਇਹ ਵਿਥਿਆ ਤੁਹਾਨੂੰ ਸੁਣਾ ਰਿਹਾ ਹਾਂ ਕਿ ਜਦੋਂ ਇਹ ਛੋਟੇ ਛੋਟੇ ਸਵਾਰ ਆਪਣੇ ਰਾਹ ਤੋਂ ਭਟਕ ਗਏ ਤਾਂ ਬਾਰ-ਬਾਰ ਚਾਰੇ ਪਾਸੇ ਪਿਤਾ ਵੱਲ ਵੇਖ ਰਹੇ ਨੇ ਕਿ ਸੱਜੇ ਖੱਬੇ ਅੱਗੇ ਪਿੱਛੇ ਦੇਖ ਰਹੇ ਨੇ ਕਿ ਵੀ ਸਾਡਾ ਪਿਤਾ ਸਾਨੂੰ ਕਿਤੇ ਨਜ਼ਰ ਆ ਜਾਵੇ। ਇਸ ਦ੍ਰਿਸ਼ ਨੂੰ, ਇਸ ਸੀਨ ਨੂੰ ਕਵੀ ਜੀ ਇੰਜ ਕਥਨ ਕਰਦੇ ਹਨ। बहर दावात खूने शहीदा बहम करूं, बहर दावात खूने शहीदा बहम करूं, सीने को अपने चाक मिसाले कलम करूं, सीने को अपने चाक मिसाले कर्म करूं, मिसाले कलम करूं, बिछड़े हुओं की अब मैं मुसीबत रकम करूं, बिछड़े हुओं की अब मैं मुसीबत रकम करूं, रुदाद अगर बयां मैं खुदा की कसम करूं, रुदाद अगर बयां मैं खुदा की कसम करूं, रास्ते से जब भटक गए नन्हे सवार थे, रास्ते से जब भटक गए नन्हे सवार थे, तकते पिता को चारों तरफ बार बार थे, तकते पिता को चारों तरफ बार बार थे। ਸਾਨੂੰ ਪੂਰਾ ਭਰੋਸਾ ਹੈ ਕਿ ਕਵਿਤਾ ਦਾ ਇਹ ਜਿਹੜਾ ਸਿਖਰ ਹੈ ਇਹਦੇ ਤੋਂ ਸੰਗੀਤ ਦੇ ਵਿਦਿਆਰਥੀ ਲਾਭ ਉਠਾਉਣਗੇ ਤੇ ਜਿਨ੍ਹਾਂ ਨੂੰ ਕਵਿਤਾ ਰਚਣ ਦਾ ਸ਼ੌਂਕ ਹੈ ਉਹਨਾਂ ਨੂੰ ਇਹ ਕਵਿਤਾ ਸੁਣ ਕਰਕੇ ਪੜ੍ਹ ਕਰਕੇ ਉਹਨਾਂ ਦੇ ਪਾਸ ਫਿਰ ਜਿਹੜਾ ਸ਼ਬਦਾਂ ਦੇ ਭੰਡਾਰ ਰੂਪੀ ਪੂੰਜੀ ਹੈ ਉਹ ਜੁੜੇਗੀ। ਇਹਦੇ ਨਾਲ ਫਿਰ ਉਹਨਾਂ ਦੀ ਕਵਿਤਾ, ਉਹਨਾਂ ਦੇ ਗੀਤ, ਉਹਨਾਂ ਦੇ ਕਵਿਤ, ਉਹਨਾਂ ਦੇ ਸਵਈਏ, ਉਹਨਾਂ ਦੇ ਦੋਹੇ, ਉਹਨਾਂ ਦੇ ਛੰਦ ਹੋਰ ਅਤੀ ਸੁੰਦਰ ਹੋ ਜਾਣਗੇ। ਕਿਉਂਕਿ ਜਦੋਂ ਕਵੀ ਦੇ ਕੋਲੇ, ਕਵਿਤਾ ਰਚਣ ਵਾਲੇ ਦੇ ਕੋਲੇ ਸ਼ਬਦਾਂ ਦਾ ਭੰਡਾਰ ਹੁੰਦਾ ਹੈ ਤਾਂ ਫਿਰ ਉਹਨੂੰ ਕਵਿਤਾ ਰਚਣ ਵਿੱਚ ਆਸਾਨੀ ਨਹੀਂ ਪੈਦਾ ਹੁੰਦੀ, ਬਲਕਿ ਉਹਦੇ ਜਿਹੜੇ ਕਾਫੀਏ ਹੁੰਦੇ ਨੇ ਉਹ ਬੜੇ ਹੀ ਸੁੰਦਰ ਸੁੰਦਰ ਜੁੜਦੇ ਨੇ। ਦੁਨੀਆ ਭਰ ਵਿੱਚ ਵਸਦੇ ਸੰਗੀਤ ਪ੍ਰੇਮੀਆਂ ਨੂੰ, ਸਾਹਿਤ ਪ੍ਰੇਮੀਆਂ ਨੂੰ ਬਲਵਿੰਦਰ ਸਿੰਘ ਢਾਲੀਵਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਜਿਉਂਦੇ ਵਸਦੇ ਰਹੋ।